ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਖਬਰ ਜਿੱਤੇ ਅਸਾਂ ਚਾਨਣ ਪਾਉਣਾ ਹੈ ਉਹ ਖਬਰ ਹੈ ਸਦਰ ਟਰੰਪ ਦਾ ਪਟਵਾਰੀ ਮਸ਼ੀਰ ਤੇ ਹੋ ਗਿਆ ਲੀਰੋ ਲੀਰ। ਹੁਣ ਸਾਡਾ ਇਹ ਵੀਲੌਗ ਬਹੁਤ ਸਾਰੇ ਉਹ ਸੱਜਣ ਦੋਸਤ ਭੈਣ ਭਰਾ ਵੇਖਦੇ ਨੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਜ਼ੁਬਾਨ ਨਹੀਂ, ਮਤਲਬ ਕਿ ਮਾਦਰੀ ਜ਼ੁਬਾਨ ਪੰਜਾਬੀ ਨਹੀਂ। ਇਸ ਵਾਸਤੇ ਇਹੋ ਜਿਹੇ ਲਫ਼ਜ਼ਾਂ ਦਾ ਮਤਲਬ ਉਹਨਾਂ ਨੂੰ ਦੱਸਣਾ ਜ਼ਰੂਰੀ ਹੋ ਜਾਂਦਾ। ਲੀਰੋ ਲੀਰ, ਇੱਕ ਤੇ ਲੀਰ ਜਿਹੜੀ ਹੁੰਦੀ ਹੈ ਉਹ ਕੱਪੜੇ ਦੇ ਨਿੱਕੇ ਜਿਹੇ ਟੁਕੜੇ ਨੂੰ ਆਖਿਆ ਜਾਂਦਾ। ਅਕਸਰ ਜਿਹੜਾ ਟੁਕੜਾ ਤੁਹਾਡੇ ਸੂਟ ਦੇ ਵਿੱਚੋਂ ਪਾਟ ਜਾਏ, ਅਲੱਗਾ ਹੋ ਜਾਏ ਤੇ ਉਹ ਟੁਕੜਾ ਰਹਿ ਜਾਏ, ਉਹਨੂੰ ਲੀਰ ਆਖ ਦਿੰਦੇ ਨੇ। ਜਾਂ ਲੀਰਾ ਉਹਨੂੰ ਵੀ ਆਖਦੇ ਨੇ ਜਦੋਂ ਦਰਜੀ ਕੱਪੜੇ ਸੀਂਦਾ ਹੈ ਤੇ ਉਹ ਜਿਹੜੀ ਕੋਈ ਛੋਟੀ ਮੋਟੀ ਕਾਂਤਰ ਰਹਿ ਜਾਂਦੀ ਹੈ, ਉਹ ਵੱਡਾ ਕੱਪੜਾ ਨਹੀਂ ਬਲਕਿ ਛੋਟੀ ਛੋਟੀ ਜਿਹੜੀ ਕਾਂਤਰਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਵੀ ਲੀਰਾਂ ਆਖਦੇ ਨੇ। ਤੇ ਲੀਰੋ ਲੀਰ ਦਾ ਐਕਸਪ੍ਰੈਸ਼ਨ ਦਾ ਮਤਲਬ ਇਹ ਹੀ ਹੈ ਵੀ ਤੁਸੀਂ ਤੁਰੇ ਜਾਂਦੇ ਹੋਵੋ ਤੇ ਕਿਤੇ ਕੰਡਿਆਂ ਵਾਲਾ ਕੋਈ ਦਰਖਤ ਹੋਵੇ ਤੇ ਉਹਦੇ 'ਚ ਤੁਹਾਡਾ ਜਿਹੜਾ ਕੱਪੜਾ ਛਪੜਾ ਫਸ ਜਾਏ ਤੇ ਨਾਲ ਉਹ ਲੀਰ ਲੈ ਜਾਏ, ਉੱਥੇ ਹੀ ਰਹਿ ਜਾਏ ਇੱਕ ਟੁਕੜਾ ਕੱਪੜੇ ਦਾ। ਜਾਂ ਤੁਸੀਂ ਜਾਣਦੇ ਹੋਵੋ ਤੇ ਤਿਲਕ ਕੇ ਡਿੱਗ ਪਾਓ ਤੇ ਫਿਰ ਜ਼ਮੀਨ 'ਤੇ ਜਿਸ ਵੇਲੇ ਡਿੱਗੋ ਤੇ ਉੱਥੇ ਰਗੜ ਵੱਜੇ ਤੇ ਉੱਥੋਂ ਲੀਰ ਉਤਰ ਜਾਏ। ਮਤਲਬ ਇਹ ਵੀ ਕੱਪੜਾ ਜਿਸ ਵੇਲੇ ਫੀਤੀ ਫੀਤੀ ਹੋ ਜਾਏ, ਧਾਗਾ ਧਾਗਾ ਹੋ ਜਾਏ, ਤਬਾਹ ਹੋ ਜਾਏ, ਪਾਟ ਜਾਏ, ਬਰਬਾਦ ਹੋ ਜਾਏ, ਉਹਨੂੰ ਆਉਂਦੇ ਨੇ ਲੀਰੋ ਲੀਰ ਹੋ ਜਾਣਾ। ਤੇ ਇਹ ਜਿਹੜੇ ਟਰੰਪ ਦੇ ਸਫੀਰ ਨੇ ਇਹ ਵੀ ਲੀਰੋ ਲੀਰ ਹੋਏ ਨੇ। ਸਫੀਰ ਆਖ ਦਿੱਤਾ ਮੈਂ, ਮਸ਼ੀਰ ਜਿਹੜੇ ਨੇ ਇਹਨਾਂ ਦਾ ਨਾਂ ਜਨਾਬ ਆਪਣਾ ਸਾਜਦ ਟਰੰਪ ਤਾਰੜ ਨਹੀਂ, ਸਾਜਦ ਤਾਰੜ ਸਾਹਿਬ। ਟਰੰਪ ਮੈਂ ਆਖ ਦਿੱਤਾ। ਵੈਸੇ ਮੈਨੂੰ ਸਮਝ ਨਹੀਂ ਵੀ ਇਹਨਾਂ ਨੇ ਆਪ ਹੀ ਆਪਣਾ ਬਣਾਇਆ ਕਿਤੇ ਆਪਣਾ ਇਹ ਬਾਇਓਡੇਟਾ ਜਾਂ ਆਪਣਾ ਜਿਹੜਾ ਪ੍ਰੋਫਾਈਲ ਹੈ ਜਾਂ ਕਿਸੇ ਹੋਰ ਇਹਨਾਂ ਨੂੰ ਬਣਾ ਦਿੱਤਾ। ਡਾਕਟਰ ਸਾਜਦ ਤਾਰੜ ਵੀ ਆਪਣੇ ਆਪ ਨੂੰ ਲਿਖਦੇ ਨੇ। ਹੁਣ ਮੈਨੂੰ ਨਹੀਂ ਪਤਾ ਵੀ ਡਾਕਟਰ ਕਾਹਦੇ ਨੇ, ਪਤਾ ਨਹੀਂ ਮੱਝਾਂ ਦੇ ਡਾਕਟਰ ਨੇ। ਤੁਹਾਨੂੰ ਪਤਾ ਵੀ ਮੱਝਾਂ ਦੇ ਡਾਕਟਰ ਜਿਹੜੇ ਨੇ ਉਹ ਵੀ ਮੱਝਾਂ ਦੀ ਜਿਸ ਵੇਲੇ ਸਿਹਤ ਉਹਨਾਂ ਨੇ ਚੈੱਕ ਕਰਨੀ ਹੋਵੇ ਤਾਂ ਲੰਮਾ ਸਾਰਾ ਦਸਤਾਨਾ ਪਾ ਕੇ ਆਉਂਦੇ ਨੇ। ਤੇ ਮੇਰਾ ਮਤਲਬ ਹੈ ਕਿ ਫਿਰ ਉਹ ਮੱਝ ਦੀ ਸਿਹਤ ਸੂਤ ਚੈੱਕ ਕਰਦੇ ਨੇ, ਕੋਈ ਬੁਖਾਰ ਹੋਵੇ ਜਾਂ ਹੋਰ ਕੋਈ ਗੱਲ ਹੋਵੇ। ਤੇ ਮੈਂ ਤੇ ਆਨਾ ਵੀ ਇਹਨਾਂ ਨੂੰ ਤੇ ਵੇਖ ਕੇ ਮੱਝ, ਮੇਰਾ ਖਿਆਲ ਹੈ ਕਿ ਜਦੋਂ ਮੱਝ ਵੱਲ ਨੂੰ ਜਾਂਦੇ ਹੋਣੇ ਨੇ, ਮੱਝ ਤੇ ਇਹਨਾਂ ਨੂੰ ਵੇਖ ਕੇ ਠੀਕ ਹੋ ਜਾਂਦੀ ਹੋਣੀ ਹੈ। ਖੈਰ ਦੇ ਨਾਲ ਇਹਨਾਂ ਨੂੰ ਮੱਝ ਦੇ ਲਾਗੇ ਕਰੋ ਤੇ ਮੱਝ ਅੱਗੋਂ ਹੱਥ ਜੋੜ ਦਿੰਦੀ ਹੋਣੀ ਹੈ ਵੀ ਜਨਾਬ ਡਾਕਟਰ ਸਾਹਿਬ ਮੇਰੇ ਵਾਲੇ ਪਾਸੇ ਨਾ ਆਓ, ਡਾਕਟਰ ਸਾਜਦ ਤਾਰੜ ਸਾਹਿਬ ਮੈਂ ਠੀਕ ਹਾਂ। ਬਹਰਹਾਲ ਜੀ ਇਹ ਕਿੱਸਾ ਕੁਛ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਟਰੰਪ 2016 ਦਾ ਇਲੈਕਸ਼ਨ ਲੜ ਰਿਹਾ ਸੀ ਨਾ, ਤੇ ਉਹਨਾਂ ਦੀ ਇਲੈਕਸ਼ਨ ਦੀ ਮਜਬੂਰੀ ਕਹਿ ਲਓ ਜਾਂ ਉਸ ਵੇਲੇ ਸ਼ੌਕ ਸੀ ਉਹਨਾਂ ਨੂੰ, ਜਾਂ ਮੈਨੂੰ ਨਹੀਂ ਪਤਾ ਕਿਹੜੀ ਗੱਲ ਸੀ, ਉਹਨਾਂ ਕੋਈ ਜ਼ਿਆਦਾ ਹੀ ਕੰਮ ਜਿਹੜਾ ਉਹ ਮੁਸਲਮਾਨਾਂ ਦੇ ਖਿਲਾਫ ਦਬਲ ਦਿੱਤਾ। ਇਹ ਉਹ ਦਿਨ ਸਨ ਜਦੋਂ ਪੂਰੀ ਜਿਹੜੀ ਦੁਨੀਆ ਦੇ ਹੀ ਮੁਸਲਮਾਨ ਸਨ ਉਹ 99% ਜਿਹੜੇ ਸਨ ਉਹ ਟਰੰਪ ਸਾਹਿਬ ਦੇ ਖਿਲਾਫ ਹੋ ਗਏ। ਟਰੰਪ ਨੇ ਆਖਿਆ ਮੈਂ ਮੁਸਲਮਾਨਾਂ 'ਤੇ ਬੈਨ ਲਾ ਦੇਣਾ, ਮੈਂ ਇੱਥੇ ਵੜਨ ਨਹੀਂ ਦੇਣਾ, ਮੈਂ ਆਹ ਨਹੀਂ ਕਰਨਾ। ਚੇਤੇ ਹੋਏਗਾ ਤੁਹਾਨੂੰ ਸਾਰਾ। ਉਸ ਵੇਲੇ ਪੂਰੇ ਅਮਰੀਕਾ ਦੇ ਵਿੱਚ ਕੋਈ ਬੰਦਾ ਨਹੀਂ ਸੀ ਲੱਭਦਾ ਜਿਹੜਾ ਟਰੰਪ ਸਾਹਿਬ ਨੂੰ ਸਪੋਰਟ ਕਰੇ। ਹੁਣ ਜ਼ਾਹਿਰ ਹੈ ਜਿਸ ਵੇਲੇ ਟਰੰਪ ਸਾਹਿਬ ਦੀ ਇੰਡੋਰਸਮੈਂਟ ਹੋਣੀ ਸੀ, ਕਨਵੈਨਸ਼ਨ ਹੋਣੀ ਸੀ ਰਿਪਬਲਿਕਨ ਪਾਰਟੀ ਦੀ, ਤੇ ਇੱਥੇ ਰਿਵਾਜ ਹੈ ਕਿ ਸਾਰੇ ਜਿਹੜੇ ਵੱਡੇ ਵੱਡੇ ਗਰੁੱਪ ਨੇ ਉਹ ਇੰਡੋਰਸ ਕਰਦੇ ਨੇ। ਜਿਹੜੇ ਮਜ਼ਹਬੀ ਗਰੁੱਪ ਨੇ, ਮੀਨ ਡਿਫਰੈਂਟ ਮਜ਼ਹਬਾਂ ਦੇ ਲੋਕ ਇੱਥੇ ਰਹਿੰਦੇ ਨੇ, ਲਸਾਨੀਅਤ ਹੈ, ਹਰ ਤਰ੍ਹਾਂ ਦੇ ਲੋਕ ਇੱਥੇ ਇੰਡੋਰਸ ਕਰਦੇ ਨੇ। ਤੇ ਉਸ ਵੇਲੇ ਮੁਸਲਮਾਨਾਂ ਦੀ ਲੋੜ ਸੀ, ਮੁਸਲਮਾਨ ਕੋਈ ਲਾਗੇ ਨਹੀਂ ਸੀ ਲੱਗਦਾ। ਮੁਸਲਮਾਨਾਂ ਨੂੰ ਇਹ ਫਿਕਰ ਸੀ ਕਿ ਯਾਰ ਮੈਂ ਟਰੰਪ ਨੂੰ ਇੰਡੋਰਸ ਕਰਤਾ ਤੇ ਮੈਨੂੰ ਤੇ ਆਪਣੀ ਕਮਿਊਨਿਟੀ ਨਹੀਂ ਛੱਡੇਗੀ। ਉਸ ਵੇਲੇ ਸਾਡੇ ਇਹ ਜਿਹੜੇ ਆਪਣੇ ਸਾਜਦ ਪਟਵਾਰੀ ਤਾਰੜ ਸਾਹਿਬ ਨੇ, ਇਹਨਾਂ ਨੂੰ ਬਚਪਨ ਤੋਂ ਹੀ ਸ਼ੌਕ ਹੈ ਮਸ਼ਹੂਰ ਹੋਣ ਦਾ। ਇਹਨਾਂ ਨੂੰ ਕੋਈ ਬੰਦਾ ਜਿਹੜੀ ਵੀ ਗੱਲ ਆਖੇ, ਇਹਨਾਂ ਨੂੰ ਕੋਈ ਬੰਦਾ ਆਖੇ ਨਾ ਵੀ ਅੜਿੰਗ ਕੇ ਵਿਖਾਓ ਤੇ ਅੜਿੰਗ ਕੇ ਵਿਖਾ ਦਿੰਦੇ ਨੇ। ਜੋ ਕੋਈ ਆਖੇ ਇਹ ਉਹ ਕਰ ਦਿੰਦੇ ਨੇ। ਇਹਨਾਂ ਨੂੰ ਸਿਰਫ ਇਹ ਵੀ ਕੰਪਨੀ ਦੀ ਮਸ਼ਹੂਰੀ ਹੋਣੀ ਚਾਹੀਦੀ ਹੈ, ਮੇਰਾ ਨਾਂ ਬਣਨਾ ਚਾਹੀਦਾ। ਇਹ ਤੁਸੀਂ ਵੇਖੋ ਇਸੇ ਸ਼ੌਕ ਦੇ ਵਿੱਚ ਹਰ ਵੇਲੇ ਹਰ ਥਾਂ 'ਤੇ ਬੋ ਟਾਈ ਲਾ ਕੇ ਫਿਰਦੇ ਰਹਿੰਦੇ ਨੇ। ਪਤਾ ਨਹੀਂ ਇਹਨਾਂ ਨੂੰ ਆਪਣੇ ਆਪ 'ਚੋਂ ਇੰਨੀ ਬੋ ਆਉਂਦੀ ਜਾਂ ਕੋਈ ਹੋਰ ਗੱਲ ਹੈ ਵੀ ਬੋ ਟਾਈ ਕਿਉਂ ਲਾ ਕੇ ਫਿਰਦੇ ਰਹਿੰਦੇ ਨੇ। ਅੱਛਾ, ਫਿਰ ਜਦੋਂ ਮੈਂ ਇਹਨਾਂ ਨੂੰ ਧਿਆਨ ਨਾਲ ਵੇਖਦਾ, ਇਹਨਾਂ ਨੂੰ ਪਾਕਿਸਤਾਨ ਵੀ ਕਿਸੇ ਹੋਰ ਹੀ ਤਰੀਕੇ ਨਾਲ ਆਉਂਦੇ ਨੇ। ਪਾਕਿਸਤਾਨ ਇੰਝ ਲੱਗਦਾ ਕਿਸੇ ਹੋਰ ਮੁਲਕ ਤੋਂ ਆਏ ਨੇ, ਕਦੇ ਪਾਕਿਸਤਾਨ 'ਚ ਵੀ ਨਹੀਂ ਆਏ। ਪਾਕਿਸਤਾਨ ਵੀ ਨਹੀਂ ਆਖਿਆ ਜਾਂਦਾ। ਇਹ ਵੀ ਨਹੀਂ ਪਤਾ ਵੀ ਪਾਕਿਸਤਾਨ ਦੇ ਵਿੱਚ ਅੰਗਰੇਜ਼ੀ 'ਚ ਆਖੋ ਤੇ ਫਿਰ ਵੀ ਕੇ ਤੋਂ ਬਾਅਦ ਆਈ ਹੈ, ਤੇ ਉਰਦੂ 'ਚ ਆਖੋ ਤੇ ਫਿਰ ਵੀ ਕਾਫ ਦੇ ਥੱਲੇ ਜ਼ੇਰ ਹੈ। ਤੇ ਇਹ ਪਾਕਿਸਤਾਨ, ਉਹ ਪਾਕਿਸਤਾਨ, ਉਹ ਬਦਰ ਪਤਾ ਨਹੀਂ ਫਿਰ ਖਿਲਾਰ ਬਹੁਤਾ ਹੈ ਉਹਦੇ ਵਿੱਚ, ਪ੍ਰੈਸ਼ਰ ਹੀ ਇੰਨਾ ਕੁ ਪਿੱਛੋਂ ਬਣ ਜਾਂਦਾ ਹੈ। ਉਹ ਤੁਹਾਨੂੰ ਪਤਾ ਹੈ ਨਾ ਵੀ ਲਾਲ ਪੰਪ ਲੱਗਾ ਹੋਵੇ ਪਿੱਛੇ ਤੇ ਉਹ ਵੀ ਪਾਣੀ ਧੂਤਰੇ ਹੀ ਫਿੱਟ ਕਰ ਦਿੰਦਾ। ਅੱਗੋਂ ਪਾਣੀ ਪੈਪ ਜਿਹੜਾ ਇੰਜਨ ਹੋ ਜਾਂਦਾ ਇੱਕ ਵਾਰੀ ਜਦੋਂ ਪੰਪ ਚਲਾਉਂਦਾ ਬੰਦਾ ਪਿਛਲੇ ਪਾਸਿਓਂ। ਮੈਨੂੰ ਇਹ ਵੀ ਲੱਗਦਾ ਵੀ ਉਹ ਨਵਾਬ ਟੂਵਲ ਵੀ ਇੱਕ ਹੁੰਦਾ ਸੀ, ਉਹ ਵੀ ਚੱਲਦਾ ਸੀ ਇੱਕ ਵਾਰੀ ਅੱਗੋਂ, ਮਤਲਬ ਟੂਵਲ ਹੀ ਜਿਹੜਾ ਉਹਦੀ ਨਾਲ ਸੀ ਉਹ ਹੀ ਪਾੜ ਦਿੰਦਾ ਸੀ, ਇੰਨਾ ਕੁ ਪਿੱਛੋਂ ਪਾਣੀ ਕੱਢਦਾ ਸੀ ਉਹ। ਮੈਨੂੰ ਲੱਗਦਾ ਭਾਈ ਹੋਣਾ ਨਾਲ ਵੀ ਰੌਲਾ ਇਹੀ ਹੈ ਵੀ ਇਹ ਕਹਿਣਾ ਤੇ ਪਾਕਿਸਤਾਨ ਹੀ ਚਾਹੁੰਦੇ ਨੇ, ਪਰ ਉਹ ਮੇਰਾ ਖਿਆਲ ਪਿੱਛੋਂ ਜਿਹੜਾ ਵੱਡਾ ਵਾਜਾ ਵੇਖਿਆ ਨਾ ਤੁਸੀਂ, ਵਿਆਹਾਂ 'ਤੇ ਵਾਜੇ ਹੁੰਦੇ ਨੇ, ਇੱਕ ਨਿੱਕੇ ਵਾਜਾ ਹੁੰਦਾ, ਫਿਰ ਤੁਹਾਨੂੰ ਪਤਾ ਹੈ ਕਿ ਉਹ ਫਿਰ ਉਸ ਤੋਂ ਥੋੜ੍ਹਾ ਜਿਹਾ ਵੱਡਾ, ਫਿਰ ਉਸ ਤੋਂ ਥੋੜ੍ਹਾ ਜਿਹਾ ਵੱਡਾ, ਫਿਰ ਇੱਕ ਵਾਜਾ ਹੁੰਦਾ, ਉਹਨੇ ਸਿਰਫ ਰੌਲਾ ਪਾਉਣਾ ਹੁੰਦਾ। ਉਹਦਾ ਕੋਈ ਸਾਜ਼ ਨਾਲ ਕੋਈ ਤਲਕ ਨਹੀਂ ਹੁੰਦਾ। ਜੇ ਇਸ ਵੇਲੇ ਲੋਕਾਂ ਨੂੰ, ਮੇਰਾ ਮਤਲਬ ਤੁਹਾਨੂੰ ਪਤਾ ਹੈ ਕਿ ਉਹ ਵਾਜਾ ਜਿਹੜੇ ਵਜਾਉਣ ਵਾਲੇ ਸੱਜਣ ਹੁੰਦੇ ਨੇ ਸਾਰੇ,
ਉਹ ਸਾਰੇ ਵਿਚਾਰੇ ਟ੍ਰੇਨਡ ਤੇ ਨਹੀਂ ਹੁੰਦੇ ਨਾ। ਜੇ ਇਸ ਵੇਲੇ ਕੋਈ ਥੋੜਾ ਜਿਹਾ ਭੈੜੀ ਧੁਨ ਵਜਾਉਂਦਾ ਹੈ ਨਾ, ਜਾਂ ਧੁਨ ਗਵਾਚਣ ਲੱਗਦੀ ਹੈ, ਤੇ ਉਹਦਾ ਕੰਮ ਹੈ ਵੀ ਉਹਨੇ ਸਾਜਦ ਤਾਰੜ ਸਾਹਿਬ ਤਰ੍ਹਾਂ ਹੀ ਉਹਦੀ ਸਿਹਤ ਹੁੰਦੀ ਹੈ। ਗੱਲਾਂ ਵੀ ਤਕਰੀਬਨ ਇਹੋ ਜਿਹੀਆਂ ਹੁੰਦੀਆਂ ਨੇ, ਕਿਉਂਕਿ ਹਵਾ ਦਾ ਫੂਕਾ ਪੂਰਾ ਮਾਰਨਾ ਹੁੰਦਾ, ਪ੍ਰੈਸ਼ਰ ਜਿਹੜਾ ਉਹ ਮਾੜਾ ਬੰਦਾ ਪ੍ਰੈਸ਼ਰ ਇੰਜ ਲਾਏ ਤੇ ਉਂਝ ਹੀ ਜਿਵੇਂ ਪਕਾਨਾ ਪਾੜਦਾ, ਮੈਨੂੰ ਗੁਬਾਰਾ ਪਾੜਦਾ। ਮਾੜਾ ਹੌਲਾ ਬੰਦਾ ਤੇ ਉਂਝ ਹੀ ਉਹ ਵਾਜਾ ਪਹਿਲੀ ਗੱਲ ਚੁੱਕ ਹੀ ਨਹੀਂ ਸਕਦਾ, ਦੂਜਾ ਉਸ ਵਾਜੇ ਦੇ ਵਿੱਚ ਇੰਨੀ ਹਵਾ ਹੀ ਨਹੀਂ ਮਾਰ ਸਕਦਾ ਬੰਦਾ, ਕੋਈ ਮਾੜਾ ਬੰਦਾ। ਤੇ ਉਹ ਉਸ ਵਾਜੇ 'ਚ ਜਿਹੜੇ ਜ਼ੋਰ ਨਾਲ ਹਵਾ ਮਾਰਨੀ ਪੈਂਦੀ ਹੈ ਨਾ, ਤੇ ਉਹਦੇ ਆਸਤੇ ਜਿਹੜੇ ਬੁੱਲ ਚਾਹੀਦੇ ਨੇ, ਜਿਹੜਾ ਬੰਦੇ ਦਾ ਜਿੱਡਾ ਖਿਲਾਰ ਚਾਹੀਦਾ ਸਾਰਾ, ਉਹ ਤਗੜੇ ਖਿਲਾਰ ਦਾ ਕੋਈ ਮਤਲਬ ਮੈਂ ਕੋਈ ਹਿਊਮਿਲੀਏਟਿੰਗ ਵੇਚ ਨਹੀਂ ਆਖਣ ਡਿਆ, ਮਤਲਬ ਤਗੜਾ ਜਾਨ ਵਾਲਾ ਬੰਦਾ ਚਾਹੀਦਾ, ਜਿਹੜੇ ਲੰਗਸ ਦੇ ਵਿੱਚ ਵੀ ਜਾਨ ਹੋਵੇ, ਤਗੜਾ ਬੰਦਾ ਹੋਵੇ, ਔਰ ਜਿਹਦਾ ਆਪਣਾ ਮੇਰਾ ਮਤਲਬ ਇੱਕ ਪੂਰਾ ਸਟਰਕਚਰ ਹੋਵੇ। ਪਹਿਲਾਂ ਤਾਂ ਉਸ ਬਾਜੇ ਨੂੰ ਚੁੱਕ ਸਕੇ ਚੰਗੀ ਤਰ੍ਹਾਂ, ਤੇ ਫਿਰ ਉਹਦੇ ਵਿੱਚ ਫੂਕ ਚੰਗੀ ਜਿਹੜੀ ਉਹ ਠੋਕ ਸਕੇ। ਫੂਕ ਹਵਾ ਨੂੰ ਆਖਦੇ ਨੇ ਜੀ। ਤੇ ਇਹ ਭਾਈ ਹੋਣੀ ਜਿਹੜੇ ਨੇ ਨਾ, ਇਹ ਉਹ ਵੱਡੇ ਵਾਜੇ ਵਾਲਾ ਇਹਨਾਂ ਦਾ ਹਾਲ ਹੈ। ਜਿੱਥੇ ਧੁਨ ਖਰਾਬ ਹੁੰਦੀ ਹੈ, ਕੋਈ ਹੋਰ ਚੀਜ਼ ਫਿੱਟ ਨਹੀਂ ਹੁੰਦੀ, ਇਹ ਜਨਾਬ ਆਪਣੀ ਪਾਂ ਜਿਹੜੀ ਉਹ ਛੱਡ ਦਿੰਦੇ ਨੇ। ਤੇ ਇਹ ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਵੀ ਬੋ ਟਾਈ ਲਾਈ ਫਿਰਦੇ ਨੇ, ਜਦੋਂ ਮੈਂ ਵੇਖਦਾ ਤੇ ਮੈਨੂੰ ਇਹ ਤੁਹਾਨੂੰ ਚੇਤਾ ਨਾ ਇਲਾਸਟਿਕ ਵਾਲੀਆਂ ਉਹ ਸਕੂਲ ਦੇ ਬੱਚਿਆਂ ਲਾਈਆਂ ਹੁੰਦੀਆਂ ਇਲਾਸਟਿਕ ਨਾਲ, ਮੇਰਾ ਮਤਲਬ ਟਾਈ ਬੰਨਣੀ ਜੋ ਨਹੀਂ ਆਉਂਦੀ ਪਿੰਡਾਂ ਥਾਵਾਂ ਦੇ ਬੜੇ ਸਾਰੇ ਲੋਕਾਂ ਨੂੰ, ਤੇ ਉਹ ਬਸ ਫਿਰ ਇਹ ਬੋ ਟਾਈ ਠੀਕ ਹੈ, ਨਾਲ ਇਲਾਸਟਿਕ ਬੰਨੀ ਹੁੰਦੀ ਹੈ, ਮਾਵਾਂ ਜਿਹੜੀਆਂ ਇੰਜ ਕਰਕੇ ਸਵੇਰੇ ਕੜਕ ਕਰਕੇ ਜਨਾਬ ਕਾਲਰ ਦੇ ਵਿੱਚ ਫਸਾਉਂਦੀਆਂ ਨੇ, ਤੇ ਬੱਚਾ ਜਿਹੜਾ ਸਕੂਲੇ। ਇਹ ਤੁਹਾਨੂੰ ਕੋਈ ਹੋਰ ਵਜ੍ਹਾ ਲੱਗਦੀ ਹੋਵੇ, ਭਾਵਨਾ ਨੂੰ ਵੀ ਟਾਈ ਨਹੀਂ ਬੰਨਣੀ ਆਉਂਦੀ। ਭਾਵਣੀ ਵੀ ਜਿੱਦਣ ਟਾਈ ਬੰਨਣੀ ਹੁੰਦੀ ਉਦੋਂ ਬਾਲਟੀਮੋਰ 'ਚ ਬੰਦਾ ਲੱਭਦੇ ਫਿਰਦੇ ਨੇ ਪਹਿਲਾਂ ਵੀ ਯਾਰ ਮੇਰੀ ਟਾਈ ਬੰਨੀ, ਮੈਂ ਕਿਤੇ ਜਾਣਾ ਚਾਰ ਗੱਲਾਂ ਕਰਨ ਵਾਸਤੇ, ਮੈਂ ਪਾਕਿਸਤਾਨ ਦੀ ਗੱਲ ਕਰਨੀ ਕਿਤੇ ਜਾ ਕੇ। ਤੇ ਉਹ ਖੈਰ ਮੁਖਤਸਰ ਗੱਲ ਇਹ ਹੈ। ਅੱਛਾ, ਇਹ ਮੈਂ ਅਜ਼ਰਾ ਮਜ਼ਾਕ ਉਹਨਾਂ ਦਾ ਮਜ਼ਾਕ ਉਡਾ ਰਿਹਾ, ਬਾਕੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਹ ਸਿਰਫ ਇੱਕ ਤੁਸੀਂ ਇਹ ਕਹੋ ਕਿ ਤੁਹਾਨੂੰ ਜ਼ਰਾ ਰਾਜ਼ੀ ਕਰਨ ਵਾਸਤੇ, ਉਹਨਾਂ ਦੀ ਵੀ ਉਹ ਵੀ ਸਾਡੇ ਮੇਰਾ ਮਤਲਬ ਇਨਸਾਨ ਨੇ, ਸਾਡੇ ਤੋਂ ਅੱਛੇ ਇਨਸਾਨ ਨੇ, ਉਹਨਾਂ ਦੀ ਕੋਈ ਤਹਿਕੀਰ ਮੈਂ ਨਹੀਂ ਕਰ ਰਿਹਾ। ਕੰਮ ਉਹਨਾਂ ਦੇ ਪੁੱਠੇ ਨੇ, ਉਹ ਇੱਕ ਅਲੱਗ ਗੱਲ ਹੈ, ਲੇਕਿਨ ਤਹਿਕੀਰ ਅਸੀਂ ਉਹਨਾਂ ਦੀ ਨਹੀਂ ਕਰ ਸਕੇ। ਜ਼ਰਾ ਥੋੜ੍ਹਾ ਜਿਹਾ ਅਸੀਂ ਹੱਸ ਖੇਡ ਲਿਆ, ਉਮੀਦ ਹੈ ਬਰਦਾਸ਼ਤ ਕਰਨਗੇ ਔਰ ਗੁੱਸਾ ਇਸ ਗੱਲ ਦਾ ਉਹ ਨਹੀਂ ਕਰਨਗੇ। ਬਹਰਹਾਲ ਅੱਗੇ ਚੱਲਨੇ। ਜਿਸ ਵੇਲੇ ਮੈਨੂੰ ਇਹਨਾਂ ਦੀ ਬੋਟਾਈ ਯਾਦ ਆਉਂਦੀ ਤੇ ਮੈਨੂੰ ਉਹ ਚੇਤੇ ਆਉਂਦਾ ਜਿਹੜਾ ਉਹ ਰਾਲਾਂ, ਉਹ ਜਿਹੜਾ ਮੂੰਹ 'ਚ ਪਾਣੀ ਵਗਦਾ ਰਾਲਾਂ ਟਿਕਣ ਵਾਸਤੇ ਵੀ ਮਾਵਾਂ ਨੇ ਇੱਥੇ ਬੰਨਿਆ ਹੁੰਦਾ। ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਭਰਜਾਈ ਕਿਉਂ ਨਹੀਂ ਬੰਨ੍ਹ ਕੇ ਭੇਜਦੀ। ਬਾਕੀ ਜਿਹੜੇ ਮੈਂ ਇੰਟਰਵਿਊ ਵੇਖੇ ਨੇ ਉਹਨਾਂ ਦੇ ਵਿੱਚ ਤੇ ਖਲਾਰਾ ਲੰਮਾ ਭਾਈ ਹੋਰਾਂ ਦਾ। ਕੈਮਰੇ ਵਾਲੇ ਵੀ ਥੋੜ੍ਹਾ ਜਿਹਾ ਕੈਮਰਾ ਦੂਰ ਹੀ ਰੱਖਦੇ ਨੇ, ਕਿਉਂਕਿ ਜੋ ਫਿਰ ਨਿਕਲਦਾ ਨਾ ਕੰਮ ਸਾਰੇ ਦਾ ਸਾਰਾ, ਜਿਹੜਾ ਮੀਂਹ ਪਾਉਂਦੇ ਨੇ ਗੱਲ ਕਰਦੇ ਹੋਣੇ ਜਨਾਬ ਸਾਜਦ ਤਾਰੜ ਸਾਹਿਬ, ਉਹਦੇ ਅੱਗੇ ਮੇਰਾ ਮਤਲਬ ਕਿ 5 ਫੁੱਟ ਤੱਕ ਕੈਮਰਾ ਨਹੀਂ ਰੱਖਿਆ ਜਾ ਸਕਦਾ। ਦੂਰੋਂ ਹੀ ਰੱਖ ਕੇ ਇਹਨਾਂ ਨੂੰ ਜ਼ੂਮ ਕਰਦੇ ਨੇ। ਵੈਸੇ ਬਹੁਤਾ ਜ਼ੂਮ ਕਰਨ ਦੀ ਵੀ ਲੋੜ ਨਹੀਂ, ਵੈਸੇ ਹੀ ਸਕਰੀਨ ਦੇ ਵਿੱਚ ਫਿੱਟ ਔਖੇ ਹੀ ਹੁੰਦੇ ਨੇ, ਤੇ ਜ਼ੂਮ ਬਹੁਤਾ ਕਰਨ ਦੀ ਵੀ ਲੋੜ ਨਹੀਂ ਪੈਂਦੀ। ਦੂਰੋਂ ਹੀ ਇਹ ਜਿਹੜੇ ਨੇ ਸਕਰੀਨ 'ਚ ਫਿੱਟ ਆ ਜਾਂਦੇ ਨੇ। ਬਾਹਰੋਂ ਉਹ ਭਾਈ ਹੁਣੀ ਬਣੇ ਸਨ ਮਸ਼ੀਰ, ਤੇ ਉਹਨਾਂ ਦਾ ਵੀ ਰਗੜਾ ਕੱਢ ਕੇ ਰੱਖ ਦਿੱਤਾ ਜਨਾਬ ਰਿਚਰਡ ਗ੍ਰੈਨਲ ਨੇ। ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਮੌਲਾ ਜੱਟ ਹੈ, ਤੇ ਜਿਹੜਾ ਨੂਰੀ ਨੱਤ ਅੱਗੇ ਆਉਂਦਾ ਉਹ ਮੌਰਾਂ ਤੇ ਦੇਈ ਆਉਂਦਾ। ਉਹਨਾਂ ਇਹਨਾਂ ਕੋਲੋਂ ਸਵਾਲ ਪੁੱਛਿਆ ਵੀ ਭਾਈ ਜੀ, ਤੁਹਾਨੂੰ ਪਤਾ ਇਲੈਕਸ਼ਨ ਦੇ ਦਿਨਾਂ 'ਚ ਪਾਕਿਸਤਾਨ ਦੇ ਜਿਹੜੇ ਚੌਧਰੀ ਨਿਜ਼ਾਮਦੀਨ ਸਾਹਿਬ ਸਨ, ਉਹਨਾਂ ਨੇ ਇਹਨਾਂ ਨੂੰ ਇੱਥੇ ਟਰੰਪ ਦਾ ਮਸ਼ੀਰ ਬਣਾ ਕੇ ਛੱਡ ਦਿੱਤਾ ਸੀ। ਇੱਥੇ ਟਰੰਪ ਦਾ ਮਸ਼ੀਰ ਬਣਾ ਕੇ ਛੱਡ ਦਿੱਤਾ ਸੀ। ਉਹ ਮੇਰਾ ਮਤਲਬ ਹੈ ਵੀ ਜਿਵੇਂ ਮੈਂ ਕਈ ਵਾਰੀ ਤੁਸੀਂ ਦੇਖਦੇ ਹੋ ਨਾ ਵੀ ਕੱਟਾ ਜਿਹੜਾ ਹੈ ਉਹਦੀ ਆਪਣੀ ਮੱਝ ਉੱਥੇ ਨਾ ਹੋਵੇ ਤੇ ਉਹਨੂੰ ਛੱਡ ਦਿਓ, ਤੇ ਹਰ ਮੱਝ ਵਾਲੇ ਪਾਸੇ ਜਾਂਦਾ। ਤੇ ਜਿਹੜੀ ਮੱਝ ਦੁੱਧ ਨਹੀਂ ਦੇਣਾ, ਜੇ ਥੱਲੇ ਦੁੱਧ ਨਹੀਂ ਹੈਗਾ, ਉਹ ਵਿਚਾਰੀ ਤਰਾਈ ਰਹਿੰਦੀ ਵੀ ਕੱਟਾ ਮੇਰੇ ਪਾਸੇ ਨਾ ਆ ਜਾਏ, ਮੇਰਾ ਨਾ ਸੱਤਿਆਨਾਸ਼ ਕਰ ਦੇ। ਤੇ ਇਹ ਤਾਰੜ ਸਾਹਿਬ ਕੋਲੋਂ ਐਵੇਂ ਦੁਨੀਆ ਡਰੀ ਫਿਰਦੀ ਸੀ ਵੀ ਇਹ ਜਿਸ ਵੇਲੇ ਛੱਡਿਆ ਵੀ ਮਸ਼ੀਰ ਟਰੰਪ ਦਾ ਆ ਗਿਆ। ਵਜ੍ਹਾ ਮੈਂ ਤੁਹਾਨੂੰ ਦੱਸ ਦਿੱਤੀ ਉਸ ਵੇਲੇ, ਫਿਰ ਹੋਰ ਵੀ ਤੁਹਾਨੂੰ ਦੱਸਣਾ। ਫਿਰ ਜਿਸ ਵੇਲੇ ਹੁਣ ਇਹ ਰੌਲਾ ਬਣਿਆ ਗਜ਼ਾ ਦਾ ਤੇ ਇਸਰਾਈਲ, ਤੇ ਇਹਨਾਂ ਨੇ ਇੱਕ ਖਤ ਲਿਖ ਦਿੱਤਾ। ਇਹਨਾਂ ਨੇ ਆਪਣੀ ਇੱਕ ਆਰਗੇਨਾਈਜੇਸ਼ਨ ਬਣਾਈ, ਉਹਦੇ 'ਚੋਂ ਇਹਨਾਂ ਖਤ ਲਿਖਿਆ ਕਿ ਮੈਂ ਜੋ ਕੁਝ ਵੀ ਹੋ ਰਿਹਾ ਉਹਦੀ ਸਪੋਰਟ ਕਰਦਾ, ਤੇ ਮੈਂ ਇਸਰਾਈਲ ਦੀ ਵੀ ਸਪੋਰਟ ਕਰਦਾ। ਇਹੋ ਜਿਹਾ ਵੀ ਇਹਨਾਂ ਨੇ ਇੱਕ ਖਤ ਲਿਖਿਆ ਸੀ ਉਸ ਵੇਲੇ ਰਿਪੋਰਟਡਲੀ। ਤੇ ਮਤਲਬ ਹਰ ਕੰਮ ਇਹਨਾਂ ਕਰਨਾ ਜਿਹਦੇ 'ਚ ਇਹਨਾਂ ਨੂੰ ਕੰਪਨੀ ਦੀ ਮਸ਼ਹੂਰੀ ਲੱਭੇ, ਮਤਲਬ ਕਿ ਮਸ਼ਹੂਰੀ ਲੱਭੇ। ਇਸੇ ਕੰਮ 'ਚ ਇਹ ਆ ਗਏ। ਇਹ ਐਹਸਨ ਬੂਨ ਸਾਹਿਬ ਦੇ ਬੜੇ ਕਰੀਬੀ ਦੋਸਤ ਨੇ, ਜਿਹੜੇ ਵਕੀਲ ਨੇ ਮਾਰੂਫ। ਆਜ਼ਮ ਨਜ਼ੀਰ ਤਾਰੜ ਸਾਹਿਬ ਦੇ ਵੀ ਇਹ ਸੱਜਣ ਮਿੱਤਰ ਨੇ। ਤੇ ਮੇਰਾ ਖਿਆਲ ਹੈ ਉਹਨਾਂ ਕੋਲੋਂ ਹੀ ਵੰਗਾਰ ਤੇ ਹੁੰਦੇ, ਜਿਵੇਂ ਆਧਾਰ ਤੇ ਸਾਈਕਲ ਲੈ ਲਈਦਾ, ਜਾਂ ਮੇਰਾ ਮਤਲਬ ਕੋਈ ਬੰਦਾ ਖੋਤਾ ਰੇੜੀ ਲੈ ਲੈਂਦਾ ਕਿਸੇ ਕੋਲੋਂ ਆਧਾਰ ਤੇ, ਕੋਈ ਟਾਂਗਾ ਘੋੜਾ ਲੈ ਲੈਂਦਾ, ਕੋਈ ਟਰੈਕਟਰ ਲੈ ਲੈਂਦਾ, ਕੋਈ ਥ੍ਰੈਸ਼ਰ ਲੈ ਲੈਂਦਾ। ਤੇ ਮੇਰਾ ਮਤਲਬ ਹੈ ਕਿ ਉਹ ਇਸੇ ਤਰੀਕੇ ਨਾਲ ਉਧਾਰ ਤੇ ਇਹਨਾਂ ਨੂੰ ਮੈਨੂੰ ਲੱਗਦਾ ਉਹਨਾਂ ਕੋਲੋਂ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਲਿਆ ਸੀ। ਬਹਰਹਾਲ ਇਹਨਾਂ ਨੂੰ ਜਿਸ ਵੇਲੇ ਛੱਡਿਆ ਨਾ, ਤੇ ਇਹਨਾਂ ਇੱਕ ਵਾਰ ਲਾਲਾ ਬਚਾ ਛੱਡੀ ਪਾਕਿਸਤਾਨ ਦੇ ਪੂਰੇ ਟੈਲੀਵਿਜ਼ਨ ਦੇ ਪੂਰੇ ਸਿਸਟਮ ਦੇ ਉੱਤੇ। ਤੇ ਇਹਨਾਂ ਆਖਿਆ ਜੀ ਕਿ ਮੈਂ ਟਰੰਪ ਦਾ ਮਸ਼ੀਰ ਹੈ। ਉਹ ਬਹਰਹਾਲ ਤਬੀਅਤ ਤੁਹਾਨੂੰ ਪਤਾ ਅੱਜ ਦੇ ਜਿਹੜੇ ਬੱਚੇ ਨੇ ਜੈਨ ਜ਼ੀ ਜਿਹਨਾਂ ਨੂੰ ਆਉਂਦੇ ਆ ਸੋਸ਼ਲ ਮੀਡੀਆ ਵਾਲੇ, ਉਹ ਤਾਂ ਬੰਦੇ ਦੀ ਤਬੀਅਤ 0-0 ਕਰਦੇ ਨੇ 5 ਮਿੰਟਾਂ 'ਚ। ਉਹਨਾਂ ਇਹਨਾਂ ਦੀ ਤਬੀਅਤ ਕਰ ਦਿੱਤੀ 5 ਮਿੰਟਾਂ 'ਚ 0-0। ਤੇ ਇਹ ਹੁਣ ਤੁਸੀਂ ਵੇਖੋ TV ਤੇ ਆਏ ਸਨ ਕੱਲ੍ਹ, ਹੁਣ ਟਰੰਪ ਸਪੋਰਟਰ ਲਿਖਦੇ ਨੇ। ਹੁਣ ਟਰੰਪ ਦੇ ਮਸ਼ੀਰ ਨਹੀਂ ਲਿਖਦੇ। ਟਰੰਪ ਉਹਨਾਂ ਪੁੱਛਿਆ ਵੀ ਤੁਸੀਂ ਟਰੰਪ ਦੇ ਮਸ਼ੀਰ ਹੋ? ਪਹਿਲਾਂ ਤਾਂ ਰਿਚਰਡ ਗ੍ਰੈਨਲ ਸਾਹਿਬ ਨੇ ਆਖਿਆ ਵੀ ਇਹਨਾਂ ਕੋਲੋਂ ਪੁੱਛੋ, ਇਹ ਮੈਨੂੰ ਜਾਲੀ ਲੱਗਦਾ, ਫੋਨੀ ਲੱਗਦਾ। ਉਹਨਾਂ ਨੇ ਕਿਹਾ ਇਹ ਜਾਲਸਾਜ਼ ਲੱਗਦਾ, ਧੋਖੇਬਾਜ਼ ਲੱਗਦਾ ਹੈ, ਮੈਨੂੰ ਤਾਂ ਨਹੀਂ ਲੱਗਦਾ, ਮੈਂ ਤੈਨੂੰ ਕਦੇ ਨਹੀਂ ਵੇਖਿਆ ਕਿਤੇ ਟਰੰਪ ਦਾ ਮਸ਼ੀਰ ਹੈ। ਉਹਨਾਂ ਕਿਹਾ ਇਹਨੂੰ ਪੁੱਛੋ ਆਖਰੀ ਵਾਰੀ ਸਦਰ ਟਰੰਪ ਨਾਲ ਕਦੋਂ ਮਿਲਿਆ। ਜਦੋਂ ਇਹ ਪੁੱਛਿਆ ਇਹਨਾਂ ਦੇ ਕੋਲੋਂ ਵੀ ਹਾਂਜੀ ਕਦੋਂ ਮਿਲੇ ਸੋ ਵਸੀਮ ਬਦਾਮੀ ਸਾਹਿਬ ਨੇ,
ਤੇ ਇਹਨਾਂ ਆਖਿਆ ਵੀ ਤੁਹਾਨੂੰ ਕੀ ਤੈਨੂੰ ਕੀ। ਉਹਨਾਂ ਆਖਿਆ ਵੀ ਇਹ ਮੇਰਾ ਨਾਂ ਗੂਗਲ ਕਰ ਲਓ, ਉੱਥੋਂ ਪਤਾ ਲੱਗ ਜਾਏਗਾ। ਮੈਂ ਨਹੀਂ ਦੱਸਣਾ ਮੈਂ ਕਿਦੋਂ ਮਿਲਿਆ, ਮੇਰੀ ਤਸਵੀਰ ਕਿਦੋਂ ਬਣੀ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਨੂੰ ਕੋਈ ਪਤਾ ਨਹੀਂ। ਵੈਸੇ ਇੱਕ ਗੱਲ ਹੈ, ਅਗਰ ਤੁਸੀਂ ਇਸ ਕੰਮ 'ਚ ਪੈਣ ਲਈ ਨਾ ਸਾਜਦ ਤਾਰੜ ਸਾਹਿਬ, ਤੁਸੀਂ ਵੈਸੇ ਹੀ ਮੈਂ ਯਕੀਨ ਕਰੋ ਕੱਛਾ ਪਾ ਕੇ, ਕੱਲਾ ਕੱਛਾ ਪਾਇਆ ਹੋਵੇ, ਤੁਸੀਂ ਯਕੀਨ ਕਰੋ, ਤੁਸੀਂ ਕੱਲਾ ਜਾਂਗੀਆ ਪਾਇਆ ਹੋਵੇ ਸਤਰੰਗਾ, ਤੇ ਉਹ ਕੋਈ ਬਾਹਰ ਦਾ ਸਿਪਿਆ ਹੋਇਆ ਨਹੀਂ, ਪਿੰਡ ਦੇ ਦਰਦੀ ਦਾ ਸਿਪਿਆ ਹੋਇਆ, ਉਹ ਮੇਰਾ ਉਹਦਾ ਖੁੱਲਾ ਜਿਹਾ ਕੱਛਾ ਤੁਸੀਂ ਪਾਇਆ ਹੋਵੇ, ਤੇ ਤੁਸੀਂ ਬੈਠੇ ਹੋਵੋ ਨਿੰਮ ਦੇ ਦਰਖਤ ਦੇ ਥੱਲੇ, ਤੇ ਕਾਲੀਆਂ ਐਨਕਾਂ ਲਾਈਆਂ ਹੋਣ, ਹੋਰ ਕੋਈ ਸ਼ੈ ਨਾ ਪਾਈ ਹੋਵੇ, ਕੱਲਾ ਕੱਛਾ ਪਾਇਆ ਹੋਵੇ, ਚੌਂਕੜੀ ਮਾਰ ਕੇ ਬੈਠੇ ਹੋਵੋ, ਤੇ ਕਾਲੀਆਂ ਐਨਕਾਂ ਲਾਈਆਂ ਹੋਣ, ਤੇ ਕੋਈ ਫੁੱਲਾਂ ਦਾ ਹਾਰ ਤੁਹਾਡੇ ਗਲ 'ਚ ਪੈ ਜਾਏ, ਲਓ ਜੀ ਫਿਰ ਜਿਵੇਂ ਲੋਕਾਂ ਨੇ ਤੁਹਾਨੂੰ ਦਰਵੇਸ਼ ਮੰਨਣਾ ਹੈ, ਜਿਵੇਂ ਤੁਹਾਡੇ ਤੇ ਚੜਾਵੇ ਚੜ੍ਹਨੇ ਨੇ, ਜਿਵੇਂ ਤੁਹਾਡੇ ਤੇ ਚਾਦਰਾਂ ਚੜ੍ਹਨੀਆਂ ਨੇ, ਜਿਵੇਂ ਤੁਹਾਨੂੰ ਲੋਕਾਂ ਨੇ ਫੁੱਲਾਂ ਨਾਲ ਪੂਰ ਦੇਣਾ, ਪਰ ਸ਼ਰਤੇ ਵੀ ਜੇ ਚੁੱਪ ਰਹੋ। ਤੇ ਜੇ ਤੁਸੀਂ ਵੱਡਾ ਵਾਜਾ ਵਜਾ ਦਿੱਤਾ ਤਾਂ ਫਿਰ ਕੰਮ ਜਿਹੜਾ ਖਰਾਬ ਹੋ ਜਾਣਾ, ਬੈਂਡ ਵੱਡਾ ਜਿਹੜਾ ਉਹ ਨਹੀਂ ਵਜਾਉਣਾ। ਬਹਰਹਾਲ ਜੀ ਇਹਨਾਂ ਦੇ ਨਾਲ ਲੀਰੋ ਲੀਰ ਹੋਏ ਨੇ, ਤੇ ਚਲੋ ਉਮੀਦ ਹੈ ਵੀ ਅੱਗੋਂ ਇਹ ਖਿਆਲ ਕਰਨਗੇ। ਅਸੀਂ ਤੇ ਇਹਨਾਂ ਦਾ ਬੜਾ ਖਿਆਲ ਕੀਤਾ ਸੀ, ਹਾਲਾਂਕਿ ਸਾਨੂੰ ਪਤਾ ਸੀ ਇੱਥੋਂ ਰਹਿੰਦੇ ਆ, ਇਹਨਾਂ ਦੇ ਬੜੇ ਕਰੀਬੀ ਦੋਸਤਾਂ ਦੀ ਵਜ੍ਹਾ ਤੋਂ ਵੀ, ਕਿ ਟਰੰਪ ਦੇ ਕੋਈ ਮਸ਼ੀਰ ਵਗੈਰਾ ਨਹੀਂ, ਲੇਕਿਨ ਅਸੀਂ ਇਹਨਾਂ ਦੇ ਬਾਰੇ ਇਸ ਲਈ ਗੱਲ ਨਹੀਂ ਸੀ ਕੀਤੀ ਵੀ ਚਲੋ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆ, ਉਹ ਵਾਲੀ ਗੱਲ ਵੀ ਚਲੋ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ, ਠੋਕ ਕੇ ਰੱਖੋ ਚਲੋ ਤੁਹਾਡਾ। ਇਹ ਜਾ ਉੱਥੇ ਇਮਰਾਨ ਖਾਨ ਸਾਹਿਬ ਨੂੰ ਜਾ ਪਏ, ਤੇ ਉੱਥੇ ਕਾਲੇ ਬੱਕਰੇ ਤੇ ਫਲਾਨੀ ਗੱਲਾਂ, ਉਹ ਫਿਰ ਜਿਹੋ ਜੀ ਗੱਲ ਕਰਨੀ ਹੈ, ਖੂਹ 'ਚ ਜਿਹੋ ਜੀ ਆਵਾਜ਼ ਦਿਓਗੇ ਭਾਈ ਜੀ ਉਹੋ ਜੀ ਸੁਣਨੀ ਹੈ ਨਾ, ਤੇ ਉਹ ਫਿਰ ਜ਼ਰਾ ਥੋੜ੍ਹੀ ਜਿਹੀ ਮੁੰਡਿਆਂ ਨੇ ਇਹਨਾਂ ਨੂੰ ਤੰਗ ਕੀਤਾ। ਅਸੀਂ ਤਾਂ ਖੈਰ ਮਖੌਲ ਕਰਨ ਡਏ ਹਾਂ, ਸਾਡੇ ਤੇ ਵੀਰ ਨੇ, ਅਸੀਂ ਤੇ ਇਹਨਾਂ ਨੂੰ ਬਹੁਤਾ ਤੰਗ ਨਹੀਂ ਕਰ ਸਕਦੇ। ਅਸੀਂ ਤੇ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਨਾ ਵੀ ਇਹ ਤਨਜ਼ੋ ਮਜ਼ਾਕ ਦੀ ਜ਼ਰਾ ਗੱਲ ਇਹਨਾਂ ਨਾਲ ਕੀਤੀ ਹੈ, ਕਿਉਂਕਿ ਜ਼ਰਾ ਸ਼ੁਗਲੀ ਜਿਹੇ ਬੰਦੇ ਨੇ, ਇਸ ਵਜ੍ਹਾ ਤੋਂ ਅਸੀਂ ਗੱਲ ਕੀਤੀ, ਹੋਰ ਕੋਈ ਅਸੀਂ ਉਹਨਾਂ ਦੀ ਤਹਿਕੀਰ ਨਹੀਂ ਕਰ ਸਕਦੇ, ਚੰਗੇ ਬੰਦੇ ਨੇ। ਅੱਛਾ ਜੀ ਅੱਗੇ ਚੱਲਨੇ, ਇਹਨਾਂ ਨਾਲ ਜੋ ਹੋਣਾ ਸੀ ਉਹ ਸਾਡਾ ਕਸੂਰ ਤੇ ਨਹੀਂ, ਉਹ ਤੇ ਉੱਥੇ ਹੀ ਹੋਇਆ, ਤੇ ਰਿਚਰਡ ਗ੍ਰੈਨਲ ਸਾਹਿਬ ਨੇ ਕੀਤਾ। ਬਹਰਹਾਲ ਇਹਨਾਂ ਨੇ ਵੀ ਤੁਰਿਆ ਜਾਂਦੇ ਆ ਰਿਚਰਡ ਗ੍ਰੈਨਲ ਸਾਹਿਬ ਨੂੰ ਆਖਿਆ ਵੀ ਇਹ ਤਾਂ ਕੋਈ ਪੱਤੋ ਕੀ ਦਾ ਲੌਂਡਾ ਲਪਾੜਾ ਹੈ। ਇਹ ਜ਼ਰਾ ਸੁਣ ਲਓ ਕਿ ਛੋਟੀ ਜੀ ਗੱਲ ਵੀ ਇਹਨਾਂ ਕੀ ਆਖਿਆ। या फिर कोई ये फेक, मुझे तो लग रहा है ये मुझसे पूछे तो ये मिस्टर रिचर्ड ग्रैनल का ये ट्विटर है ही नहीं है, ये पत्तों की से कोई बैठा लौंडा लपाड़ा इसको ऑपरेट कर रहा है। इतनी गैर संजीदा ट्वीट डोनाल्ड ट्रंप की टीम से एक बंदा ऐसे करेगा, और मुझे इस लौंडे लपाड़े की सर्टिफिकेशन तो चाहिए ही नहीं, ना मुझे जरूरत है इस बात की। मुझे ये बताएं कि ये डिप्लोमैट अपॉइंट हुए हैं, क्या डिप्लोमैट ऐसे ट्वीट करते हैं? सुन लिया जी, ਤੇ ਚਲੋ ਹੁਣ ਗਾਂ ਤੁਰਦੇ ਮੇਰਾ ਖਿਆਲ। ਅੱਛਾ ਜੀ ਅੱਗੋਂ ਫਾਹਦ ਹੁਸੈਨ ਸਾਹਿਬ ਜਿਹੜੇ ਨੇ, ਤੁਹਾਨੂੰ ਪਤਾ ਵੀ ਉਹ ਵੀ ਇੱਕ ਮੋਤਬਰ ਲਿਫਾਫੇ ਨੇ। ਹਾਂਜੀ ਇਹ ਇੱਕ ਨਵੀਂ ਟਰਮ ਅਸੀਂ ਅੱਜ ਤੋਂ ਕੱਢੀ, ਕੁਝ ਮੋਤਬਰ ਲਿਫਾਫੇ ਨੇ। ਤਲਤ ਹੁਸੈਨ ਹੋਇਆ, ਫਾਹਦ ਹੁਸੈਨ ਹੋਇਆ, ਇਹ ਪੜ੍ਹੇ ਲਿਖੇ ਨੇ, ਪੱਕੇ ਮੂੰਹ ਦੇ ਨਾਲ ਜ਼ਰਾ ਝੂਠ ਮਾਰਦੇ ਨੇ, ਮੋਤਬਰ ਲਿਫਾਫੇ ਨੇ। ਇਹ ਜਿਹੜੇ ਮੋਤਬਰ ਲਿਫਾਫੇ ਨੇ ਭਾਈ ਹੋਣੀ, ਉਹਨਾਂ ਆਖਿਆ ਵੀ ਇਹ ਜਿਹੜਾ ਇਸ਼ੂ ਸੀ ਨਾ ਟਰੰਪ ਦੀ ਮੇਜ਼ ਤੇ ਪਹਿਲਾਂ ਜਾਣਾ ਕੋਈ ਨਹੀਂ ਸੀ ਪਾਕਿਸਤਾਨ ਦਾ। ਉਹਨਾਂ ਆਖਿਆ ਇਹ ਜਿਹੜੀ ਮੌਜੂਦਾ ਹਕੂਮਤ ਹੈ ਨਾ, ਇਹਨਾਂ ਦੀਆਂ ਆਪਣੀਆਂ ਬੇਵਕੂਫੀਆਂ ਤੇ ਜਿਹੜੀਆਂ ਇਹਨਾਂ ਨੇ ਰਿਚਰਡ ਗ੍ਰੈਨਲ ਨੂੰ ਗਾਲਮੰਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਰੀਆਂ ਗੱਲਾਂ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਇਹ ਉਹਦੀ ਵਜ੍ਹਾ ਤੋਂ ਸਾਰੇ ਦਾ ਸਾਰਾ ਕੰਮ ਜਿਹੜਾ ਪਿਆ ਹੈ। ਤੇ ਉਹ ਜਿਹੜਾ ਹੁਣ ਇਸ਼ੂ ਜਿਹੜਾ ਟੇਬਲ ਤੇ ਆ ਗਿਆ, ਤੇ ਹੁਣ ਜਾਣਾ ਨਹੀਂ, ਇਹ ਇਸ਼ੂ ਖਿਲਰ ਗਿਆ, ਤੇ ਹੁਣ ਪਾਕਿਸਤਾਨ ਦੀ ਵਾਰੀ ਪਹਿਲਾਂ ਨਹੀਂ ਸੀ ਆਉਣੀ, ਇਹ ਹੁਣ ਛੇਤੀ ਆ ਜਾਣੀ। ਤਲਤ ਹੁਸੈਨ ਸਾਹਿਬ ਨੇ ਵੀ ਦੱਸਿਆ ਵੀ ਮੈਨੂੰ ਇੱਕ ਸਫੀਰ ਲੱਭਾ ਮਿਲਿਆ, ਉਹਨੇ ਆਖਿਆ ਵੀ ਹੁਣ ਜਿਹੜੀ ਕੰਮ ਜਿਹੜਾ ਹੋਰ ਖਰਾਬ ਹੋਣਾ ਜੇ ਰਿਚਰਡ ਗ੍ਰੈਨਲ ਦੇ ਜਿਹੜੇ ਟਵੀਟ ਆਏ ਤੇ ਇਹਨੂੰ ਛੱਡ ਦਿਓ, ਕੰਮ ਜਿਹੜਾ ਇਸ ਤੋਂ ਵੀ ਗਾਂ ਹੋਰ ਜ਼ਿਆਦਾ ਖਰਾਬ ਹੋ ਜਾਣਾ। ਅੱਛਾ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਬਾਜੀ ਮਰੀਮ ਦੇ ਕਹਿਣ ਤੇ ਅਸੀਂ ਉਰਦੂ ਵੀਲੌਗ ਸਾਰੀ ਦੱਸੀ ਇਹ ਸਟੋਰੀ ਵੀ ਉਹ ਜਿਹੜੀ ਪਿੰਡੀ 'ਚ ਖੁਫੀਆ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਬਾਜੀ ਦੀ ਡਿਊਟੀ ਲੱਗੀ ਸੀ ਵੀ ਰਿਚਰਡ ਗ੍ਰੈਨਲ ਨੂੰ ਤੁਸੀਂ ਸਾਂਭੋ, ਤੇ ਉਹਨਾਂ ਗਾਂ ਆਪਣੇ ਬੜੇ ਪੜ੍ਹੇ ਲਿਖੇ ਬੰਦਿਆਂ ਦੀ ਡਿਊਟੀ ਲਾਈ, ਉਹਦੇ ਵਿੱਚ ਜਵੇਲ ਲਤੀਫ ਸਾਹਿਬ ਤੇ ਆਪਣਾ ਭਾ ਤਲਾਲ ਚੌਧਰੀ, ਤੇ ਤਲਾਲ ਚੌਧਰੀ ਸਾਹਿਬ ਨੇ ਫਿਰ ਅੰਗਰੇਜ਼ੀ 'ਚ ਧਮਾਲ ਪਾਈ। ਹੁਣ ਧਮਾਲ ਤੇ ਅੰਗਰੇਜ਼ੀ 'ਚ ਨਹੀਂ ਪੈ ਸਕਦੀ, ਅੰਗਰੇਜ਼ੀ 'ਚ ਜਿਹੜਾ ਤੁਹਾਨੂੰ ਪਤਾ ਹੈ ਕਿ ਕੋਈ ਹੋਰ ਤੁਹਾਨੂੰ ਪਤਾ ਹੈ ਕਿ ਜੋਡੋ ਕਰਾਟੇ ਹੋ ਸਕਦੇ ਨੇ, ਲੇਕਿਨ ਧਮਾਲ ਤੇ ਪੰਜਾਬੀ 'ਚ ਹੀ ਪੈਂਦੀ ਹੈ। ਹੁਣ ਪੰਜਾਬੀ ਲਿਖਣ ਵਾਲੇ ਬੰਦੇ ਦੇ ਜ਼ਿੰਮੇ ਲਾਇਆ ਵੀ ਤੂੰ ਅੰਗਰੇਜ਼ੀ 'ਚ ਟਵੀਟ ਕਰ, ਉਹਨੇ ਜਿੱਥੇ ਜਸਟਿਸ ਲਿਖਣਾ ਸੀ ਉੱਥੇ ਇਨਜਸਟਿਸ ਲਿਖ ਦਿੱਤਾ। ਉਹਨੇ ਰਿਚਰਡ ਗ੍ਰੈਨਲ ਨੂੰ ਆਖਿਆ ਵੀ ਤੂੰ ਇਨਜਸਟਿਸ ਨਾਲ ਖਲੋ, ਉਹ ਬਣ ਗਿਆ ਸ਼ੁਗਲ। 5-6 ਘੰਟਿਆਂ ਦੀ ਖੜਕਾਉਂਤੀ ਤੋਂ ਬਾਅਦ ਚੇਤੇ ਆਇਆ ਭਾਈ ਹੋਰਾਂ ਨੂੰ ਵੀ ਮੈਂ ਤੇ ਜਿੱਥੇ ਜਸਟਿਸ ਲਿਖਣਾ ਸੀ ਉੱਥੇ ਇਨਜਸਟਿਸ ਲਿਖਿਆ, ਤੇ ਫਿਰ 5-6 ਘੰਟਿਆਂ ਬਾਅਦ ਵਿਚਾਰੇ ਨੇ ਇਨਜਸਟਿਸ ਜਿਹੜਾ ਉਹਦੇ ਉੱਤੇ ਇੱਕ ਹੋਰ ਟਵੀਟ ਕੀਤਾ। ਪਰ ਉਦੋਂ ਤੱਕ ਤਲਾਲ ਚੌਧਰੀ ਸਾਹਿਬ ਦੇ ਨਾਲ ਖਾਸੀ ਭਾਰੀ ਮਕਦਾਰ ਦੇ ਵਿੱਚ ਇਨਜਸਟਿਸ ਹੋ ਚੁੱਕਿਆ ਸੀ। ਬਹਰਹਾਲ ਜਵੇਲ ਲਤੀਫ ਸਾਹਿਬ ਨੂੰ ਤਾਂ ਨਵੇਂ ਹੀ ਜਿਹੜਾ ਨਾ ਉਹ ਪੈਂਡੇ ਪਾਤਾ, ਤੇ ਉਹਨਾਂ ਨੂੰ ਤੇ ਬਿਨਾਂ ਬਾਟ ਪੈ ਗਈ। ਬਾਟ ਵੀ ਪੈਂਡੇ ਨੂੰ ਹੀ ਕਹਿੰਦੇ ਨੇ, ਸਫ਼ਰ ਨੂੰ, ਇਹ ਲੁਧਿਆਣੇ ਦੀ ਪੰਜਾਬੀ 'ਚ ਕਹਿੰਦੇ ਨੇ ਬਾਟ ਪੈ ਗਈ ਹੈ। ਤੇ ਉਹ ਉਹਨਾਂ ਨੂੰ ਤੇ ਜਨਾਬ ਲੰਮੀ ਬਾਟ ਪਾਤੀ, ਉਹਨਾਂ ਨੂੰ ਲੰਮੀ ਬਾਟ ਇਸ ਤਰ੍ਹਾਂ ਪਾਤੀ ਇਹਨਾਂ ਨੇ ਕਿ
ਉਹ ਵਿਚਾਰੇ ਉਰਦੂ ਵੀ ਨਹੀਂ ਲਿਖ ਪਾਉਂਦੇ ਮੇਰਾ ਖਿਆਲ ਸਿੱਧਾ, ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਅੰਗਰੇਜ਼ੀ ਟਵੀਟ ਕਰੋ। ਉਹਨਾਂ ਦਾ ਵੀ ਹਾਲ ਇਹੀ ਹੈ, ਉਹ ਹੁਣ ਪਲਸੱਟੇ ਲੈਣ ਡਏ, ਉਹਨਾਂ ਨੂੰ ਆਪ ਨਹੀਂ ਪਤਾ ਵੀ ਕਿਹਦੇ ਕੋਲੋਂ ਲਿਖਵਾਇਆ, ਕੀ ਲਿਖਵਾਇਆ, ਇਹਦਾ ਕੀ ਮਤਲਬ ਹੈ। ਅੱਗੋਂ ਇਹ ਆਇਆ ਜੇ ਗੌਰੀ, ਅਗਲੇ ਪਾਸਿਓਂ ਕੀ ਹੋਣਾ ਤੁਹਾਨੂੰ ਪਤਾ ਹੀ ਹੋਣਾ ਹੀ, ਜਿਵੇਂ ਸਾਜਦ ਤਾਰੜ ਸਾਹਿਬ ਦੇ ਨਾਲ ਕੀਤਾ ਉਹਨਾਂ ਕੰਮ, ਉਹਨਾਂ ਤਬਾਹੀ ਫੇਰ ਕੇ ਰੱਖ ਦੇਣੀ ਅਗਲੇ ਪਾਸਿਓਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਮੋਟਰਵੇ ਦਾ ਜਿਹੜਾ ਆਈਜੀ ਸੀ ਉਹਨੂੰ ਫਾਰਗ ਕਰਤਾ, ਕਿਉਂਕਿ ਉਹ ਮੋਹਸਨ ਨਕਵੀ ਸਾਹਿਬ ਦੇ ਥੱਲੇ ਦੇਣਾ ਸੀ। ਉਹਨਾਂ ਨੂੰ ਥੱਲੇ ਦੇਣ ਦਾ ਮਤਲਬ ਇਹ ਨਹੀਂ ਵੀ ਮੋਹਸਨ ਨਕਵੀ ਕੋ ਟਰੱਕ ਹੈ ਉਹਦੇ ਥੱਲੇ ਦੇਣਾ, ਮਤਲਬ ਕਿ ਅਦਾਰੇ ਦੇ ਤੌਰ 'ਤੇ ਥੱਲੇ ਲਿਆਉਣਾ। ਉਹਨੇ ਉਤੋਂ ਇਨਕਾਰ ਕੀਤਾ ਤੇ ਉਹਨਾਂ ਨੇ ਉਹਨਾਂ ਨੂੰ ਫਾਰਗ ਕਰ ਦਿੱਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਕਾਸਮ ਸੂਰੀ ਸਾਹਿਬ ਦਾ ਟਵੀਟ ਹੈ। ਉਹਨਾਂ ਨੇ ਟਵੀਟ ਬੜਾ ਜ਼ਬਰਦਸਤ ਕੀਤਾ। ਉਹਨਾਂ ਕਿਹਾ ਜੀ ਇਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ। ਅਗਲਾ ਡਰਾਮਾ ਸੀਰੀਅਲ ਹਮ ਸਭ ਬਿਮਾਰ ਹੈ ਦਾ ਤੀਸਰਾ ਸੀਜ਼ਨ ਸ਼ੁਰੂ ਹੋਣ ਵਾਲਾ, ਫਿਰ ਭੱਜਣ ਵਾਲੇ ਨੇ। ਇਹਨਾਂ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋਣਾ ਸ਼ੁਰੂ ਹੋ ਗਏ ਨੇ, ਤੇ ਇਹ ਹੁਣ ਡਰਾਮਾ ਸੀਰੀਅਲ ਜਿਹੜਾ ਨਾ ਉਹ ਦੁਬਾਰਾ ਸ਼ੁਰੂ ਹੋਣ ਵਾਲਾ। ਇਹ ਡਰਾਮਾ ਸੀਰੀਅਲ ਛੇਤੀ ਹੋ ਸਕਦਾ ਜੇ ਤੁਸੀਂ ਜਿਹੜੀ ਇਮਰਾਨ ਖਾਨ ਸਾਹਿਬ ਨੇ ਇਹ ਤੁਹਾਨੂੰ ਰੈਮਿਟੈਂਸ ਦੀ ਕਾਲ ਦਿੱਤੀ ਹੈ ਨਾ, ਇਹ 'ਤੇ ਅਮਲ ਕਰੋ। ਮਸਲਨ ਸਾਊਦੀ ਅਰਬ 'ਚ ਬੈਠਾ ਬੰਦਾ ਜਿਹੜਾ 1000 ਰਿਆਲ ਪਾਕਿਸਤਾਨ ਘੱਲਦਾ ਹੈ, ਸਾਨੂੰ ਤੁਹਾਡੀ ਮਜਬੂਰੀ ਪਤਾ ਵੀ ਤੁਸੀਂ ਘਰ ਚਲਾਉਣਾ, ਉੱਥੇ ਬੱਚਿਆਂ ਦੀ ਰੋਜ਼ੀ ਰੋਟੀ ਹੈ, ਸਾਰੇ ਮਾਮਲੇ ਨੇ, ਉਹ ਤੁਹਾਨੂੰ ਚਲਾਉਣੇ ਪੈਣੇ ਨੇ। ਤੇ ਅਸੀਂ ਤੁਹਾਨੂੰ ਸਿਰਫ ਇੰਨਾ ਮਸ਼ਵਰਾ ਦੇਣ ਡਏ ਵੀ ਤੁਸੀਂ 1000 ਦੇ ਥਾਂ 700 ਘੱਲੋ, 300 ਉੱਥੇ ਹੀ ਜੋੜ ਲਓ ਸਾਊਦੀ ਅਰਬੀ ਆਪਣੇ ਕੋਲ, ਫਿਰ ਘੱਲ ਦੇਣਾ 5-7 ਮਹੀਨਿਆਂ ਬਾਅਦ, ਜਦੋਂ ਇਹ 2-4 ਮਹੀਨਿਆਂ ਬਾਅਦ ਜਦੋਂ ਅਚੀਵ ਕਰ ਲਾਂਗੇ ਸਾਰਾ ਕੰਮ। ਜਿਹੜੇ ਪੈਸੇ ਪਾਕਿਸਤਾਨ ਰੱਖ ਕੇ ਜੋੜਦੇ ਜੇ ਹੁਣ ਬਾਹਰ ਰੱਖ ਕੇ ਜੋੜੋ। ਤੇ ਇਹ ਅਗਰ ਅਸੀਂ 30% ਵੀ ਕੰਮ ਪਾ ਗਏ, ਜਿਹੜਾ ਡਾਕਟਰ ਹੈ ਕੋਈ, ਉਹ ਅਗਰ ਉਹ ਫਾਰ ਐਗਜ਼ਾਮਪਲ 2000 ਕਮਾਉਂਦਾ ਹੈ ਤਾਂ 1400 ਘੱਲਦਾ ਹੈ। ਮੈਂ ਮਿਸਾਲ ਦੇ ਰਿਹਾ ਤੁਹਾਨੂੰ ਰਿਆਲ ਦੀ, ਜਾਂ ਜਿਹੜਾ ਵੀ ਕੋਈ ਕਰੰਸੀ ਹੈ ਤੁਹਾਡੀ, ਤੇ 30% ਪੈਸੇ, 30%, 20% ਪੈਸੇ ਜਿਹੜੇ ਉਹ ਨਾ ਘੱਲੋ ਤੇ ਕੰਮ ਬਣ ਜਾਣਾ। ਤੇ ਚੌਧਰੀ ਸਾਹਿਬ ਨੇ ਸਿੱਧੇ ਹੋ ਜਾਣਾ। ਇਮਰਾਨ ਖਾਨ ਦੇ ਅੰਦਰ ਡਟਿਆ ਉਹ ਆਂਦਾ ਵੀ ਤੁਸੀਂ ਵੀ ਨਾ ਘਬਰਾਓ, ਮੈਂ ਤਾਂ ਨਹੀਂ ਘਬਰਾਉਂਦਾ, ਤੇ ਜਿੰਨੇ ਸਾਲ ਵੀ ਮੈਨੂੰ ਜੇਲ੍ਹ ਰੱਖਣ ਮੈਂ ਰਹਿਣਾ, ਮੈਂ ਕੋਈ ਡੀਲ ਕਰਕੇ ਨਹੀਂ ਨਿਕਲਣਾ, ਪਹਿਲਾਂ ਮੇਰੇ ਵਰਕਰ ਛੱਡੋ ਤੇ ਫਿਰ ਮੇਰੇ ਨਾਲ ਕੋਈ ਅਗਲੀ ਗੱਲ ਕਰੋ। ਤੇ ਹੁਣ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹਦੇ ਨਾਲ ਖਲੋਈਏ। ਇਹ ਤਾਂ ਨਹੀਂ ਹੋ ਸਕਦਾ ਕਿ ਇਮਰਾਨ ਖਾਨ ਇਕੱਲਾ ਜਿਹੜਾ ਉਹ ਸਾਰੀ ਕੁਰਬਾਨੀ ਦੇਵੇ। ਜਦੋਂ ਉਹਨੇ ਸਾਨੂੰ ਆਵਾਜ਼ ਦਿੱਤੀ ਹੈ ਤੇ ਸਾਨੂੰ ਵੀ ਫਿਰ ਉਹਦੇ ਨਾਲ ਜਿਹੜਾ ਉਹ ਖਲੋਣਾ ਚਾਹੀਦਾ, ਇਹ ਸਾਡੀ ਜ਼ਿੰਮੇਵਾਰੀ ਹੈ। ਅੱਛਾ ਜੀ, ਅੱਗੋਂ ਸ਼ਹਿਬਾਜ਼ ਰਾਣਾ ਸਾਹਿਬ ਦੀ ਸਟੋਰੀ ਹੈ। ਉਹਨਾਂ ਆਖਿਆ ਕਿ ਔਰੰਗਜ਼ੇਬ ਸਾਹਿਬ ਵੈਸੇ ਤੇ ਫਾਈਨਾਂਸ ਮਿਨਿਸਟਰ ਨੇ ਪਾਕਿਸਤਾਨ ਦੇ, ਲੇਕਿਨ ਕੰਮ ਸਾਰਾ ਪਾ ਰਹੇ ਨੇ ਇਸ ਵੇਲੇ ਸਮਦੀ ਸਾਹਿਬ, ਮਤਲਬ ਕਿ ਇਸਾਕ ਡਾਰ ਸਾਹਿਬ। ਉਹਨਾਂ ਆਖਿਆ ਕਿ ਇਹ ਇਸਾਕ ਡਾਰ ਸਾਹਿਬ ਨੇ ਜਿਹੜੀਆਂ ਉਲਟੀਆਂ ਸਿੱਧੀਆਂ ਗੱਲਾਂ ਪਹਿਲਾਂ IMF ਨਾਲ ਕੀਤੀਆਂ ਸਨ ਨਾ, ਚੇਤੇ ਕਰੋ, ਧਮਕੀਆਂ ਸ਼ਮਕੀਆਂ ਲਾਤੀਆਂ ਸਨ, ਆਖਿਆ ਸੀ ਅਗਰ IMF ਪੈਸੇ ਨਹੀਂ ਦਿੰਦਾ ਤੇ ਸਾਨੂੰ IMF ਦੇ ਪੈਸਿਆਂ ਦੀ ਲੋੜ ਹੀ ਕੋਈ ਨਹੀਂ, ਅਸੀਂ IMF ਨੂੰ ਸਿੱਧੇ ਕਰ ਦਿਆਂਗੇ, ਅਸੀਂ ਇੰਝ ਕਰ ਦਿਆਂਗੇ, ਉਂਝ ਕਰ ਦਿਆਂਗੇ, ਚੇਤਾ ਹੈ ਨਾ ਤੁਹਾਨੂੰ। ਉਹਨਾਂ ਨੇ ਆਖਿਆ ਕਿ IMF ਕਿਉਂਕਿ ਇਹਨਾਂ ਤੋਂ ਤੰਗ ਸੀ ਤੇ ਇਸ ਵਜ੍ਹਾ ਤੋਂ ਹੁਣ ਉਹਨਾਂ ਨੇ ਜਿਹੜਾ ਇਸਾਕ ਡਾਰ ਸਾਹਿਬ ਨੂੰ ਜਿਹੜਾ ਉਹ ਸਾਹਮਣੇ ਫਾਈਨਾਂਸ ਮਿਨਿਸਟਰ ਨਹੀਂ ਲਾਇਆ, ਔਰੰਗਜ਼ੇਬ ਸਾਹਿਬ ਨੂੰ ਲਾਇਆ ਵੀ ਚਲੋ ਉਹਨਾਂ ਦੀ ਰੈਪੂਟੇਸ਼ਨ ਚੰਗੀ ਹੈ ਤੇ ਉਹਨਾਂ ਦੀ ਚੰਗੀ ਰੈਪੂਟੇਸ਼ਨ ਦੀ ਵਜ੍ਹਾ ਤੋਂ ਕਰਜ਼ੇ ਸ਼ਰਜ਼ੇ ਲੱਭ ਜਾਣਗੇ। ਲੇਕਿਨ ਕੰਮ ਪਿਛਲੇ ਪਾਸਿਓਂ ਸਾਰਾ ਜਿਹੜਾ ਉਹ ਉਹ ਇਸਾਕ ਡਾਰ ਹੀ ਪਾ ਰਹੇ ਨੇ, ਅਗਲੇ ਪਾਸੇ ਸਿਰਫ ਨਾਂ ਦੇ ਤੌਰ 'ਤੇ ਜਿਹੜੇ ਨੇ ਉਹ ਅਗਲੇ ਪਾਸੇ ਜਿਹੜੇ ਔਰੰਗਜ਼ੇਬ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਾਇਆ ਹੋਇਆ। ਅੱਛਾ ਜੀ, ਅਗਲੀ ਖਬਰ ਤੇ ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਅਸੀਂ ਰੱਖਣੀ ਉਹ ਇਹ ਹੈ ਕਿ ਸ਼ਾਹਿਦ ਅਸਲਮ ਸਾਹਿਬ ਦੇ ਉੱਤੇ ਜਿਹੜੇ ਲਿਫਾਫੇ ਨੇ, ਅਬਸਾਰ ਆਲਮ ਸਾਹਿਬ ਉਹਨਾਂ ਇੱਕ ਪੂਰਾ ਤਬਰਰਾ ਕੀਤਾ ਸੀ ਕਿ ਜੀ ਮੈਂ ਤੁਹਾਡਾ ਕਦੇ ਨਾਂ ਹੀ ਨਹੀਂ ਲਿਆ ਕਿਸੇ ਆਪਣਾ ਉਹਦੇ ਉੱਤੇ, ਆਪਣੀ ਕਿਸੇ ਵੀ ਪੋਡਕਾਸਟ ਦੇ ਉੱਤੇ, ਕਿਸੇ ਵੀ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਕਦੇ ਨਾਂ ਨਹੀਂ ਲਿਆ। ਉਹ ਮੌਕੇ 'ਤੇ ਹੀ ਜੁਰਮਾਨਾ ਹੋ ਗਿਆ। ਮੈਂ ਦੱਸਿਆ ਨਾ ਤੁਹਾਨੂੰ, ਜੈਨ ਜ਼ੀ ਬੜੀ ਖਤਰਨਾਕ ਹੈ, ਉਹਨਾਂ ਨੇ ਉਸੇ ਵੇਲੇ ਲੱਭ ਕੇ ਵੀਡੀਓ ਚਲਾਤੀ, ਉਹਨਾਂ ਕਿਹਾ ਜੀ ਇਹ ਲਓ ਇੱਥੇ ਕੀਤਾ ਸੀ। ਇਹ ਜੇ ਰੌਲਾ, ਇਹ ਸਮਝੋ ਇਹ ਜੇ ਰੌਲਾ ਜਿਹਦੀ ਵਜ੍ਹਾ ਤੋਂ ਇਹ ਸੋਸ਼ਲ ਮੀਡੀਆ ਦੇ ਏਡੇ ਖਿਲਾਫ ਨੇ ਸਾਰੇ ਦੇ ਸਾਰੇ, ਤੇ ਇਹ ਸੋਸ਼ਲ ਮੀਡੀਆ ਤੋਂ ਬਿਲਕੁਲ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਮੁਕੰਮਲ ਹੀ ਬੰਦ ਹੋ ਜਾਏ, ਕਿਉਂਕਿ ਲੋਕੀ ਇਹਨਾਂ ਨੂੰ ਲੀਰੋ ਲੀਰ ਕਰ ਦਿੰਦੇ ਨੇ ਜਦੋਂ ਝੂਠ ਮਾਰਦੇ ਨੇ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।